ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਪੰਜਾਬੀ ਨੇ ਪਤਨੀ ਦਾ ਕੀਤਾ ਕਤਲ, ਪਾਰਕ ਵਿੱਚ ਬੁਲਾ ਕੀਤਾ ਸੀ ਕਤਲ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਿੱਚ ਹੋਇਆ ਵਾਧਾ, ਨਜ਼ਰ ਆ ਰਹੀ ਭਾਰਤੀ ਭਾਈਚਾਰੇ ਵਿੱਚ ਚਿੰਤਾ। ਐਕਸਪ੍ਰੈਸ ਐਂਟਰੀ ਦਾ ਨਿਕਲਿਆ ਡਰਾਅ, ਕਈਆਂ ਨੂੰ ਮਿਲੇ ਸੱਦੇ। ਵਿਦਿਆਰਥੀਆਂ ਵਾਸਤੇ ਉੱਠੀ ਮੰਗ, ਮਿਲੇ ਮੁਫਤ ਨਾਸ਼ਤਾ ਅਤੇ ਲੰਚ। WhatsApp ਸ਼ੁਰੂ ਕਰੇਗਾ ਨਵਾਂ ਫੀਚਰ, ਮੈਸੇਜ ਹੋ ਸਕਣਗੇ ਐਡਿਟ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਅਹਿਮ ਅਪਡੇਟ ਸਾਹਮਣੇ ਆਈ ਹੈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ। ਇਹ ਅੰਤਰਰਾਸ਼ਟਰੀ ਵਿਦਿਆਰਥੀ ਖੁਦਕੁਸ਼ੀਆਂ ਦਾ ਰਾਹ ਕਿਉਂ ਚੁਣ ਰਹੇ ਨੇ, ਇਸ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਤੇ ਭਾਈਚਾਰੇ ਵੱਲੋਂ ਆਪਣੀ ਫਿਕਰ ਦਾ ਪ੍ਰਗਟਾਵਾ ਕੀਤਾ ਗਿਆ। ਜੋ ਅੰਕੜੇ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਚੱਲਿਆ ਕਿ ਵੱਧ ਮ੍ਰਿਤਕ ਦੇਹਾਂ ਹੁਣ ਭਾਰਤ ਭੇਜੀਆਂ ਗਈਆਂ ਨੇ। ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਹਨਾਂ ਵਿਦਿਆਰਥੀਆਂ ਦੇ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵੱਧ ਰਹੇ ਹਨ। ਅਜਿਹੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਭਾਈਚਾਰਾ ਚਿੰਤਾ ਦੇ ਵਿੱਚ ਦਿਖਾਈ ਦੇ ਰਿਹਾ ਹੈ। ਟੋਰਾਂਟੋ ਦੇ ਇੱਕ ਫਿਊਨਰਲ ਹੋਮ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਨੌਜਵਾਨਾਂ ਨੂੰ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹਨ। ਦੱਸ ਦੇਈਏ ਕਿ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਮ੍ਰਿਤਕ ਦੇਹਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਇਸ ਬਾਰੇ ਸੈਂਟਰ ਦਾ ਮੰਨਣਾ ਹੈ ਕਿ ਇਹਨਾਂ ਵਿੱਚੋਂ ਕੁਝ ਮੌਤਾਂ ਆਤਮ ਹੱਤਿਆ ਦਾ ਨਤੀਜਾ ਹਨ। ਵਿਦਿਆਰਥੀਆਂ ਤੇ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਖੁਦਕੁਸ਼ੀ ਦੀ ਵਧ ਰਹੀ ਦਰ ਬਾਰੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਇਸ ਕਰਕੇ ਖਾਸ ਤੌਰ ਤੇ ਉੱਪਰ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਜੋ ਅੰਕੜੇ ਸਾਹਮਣੇ ਆਏ ਉਹ ਅਜੇ ਸਪਸ਼ਟ ਨਹੀਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਵਾਲੀ ਗੱਲ ਹੈ ਕਿ ਫੈਡਰਲ ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਮੌਤਾਂ ਨੂੰ ਟਰੈਕ ਨਹੀਂ ਕਰਦੇ, ਕਿਉਂਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਤਾਂ ਕੋਈ ਹੱਲ ਲੱਭਣ ਦਾ ਤਰੀਕਾ ਨਹੀਂ ਹੋਵੇਗਾ। ਦੱਸੀਏ ਕਿ ਲੋਟਸ ਫਿਊਨਰਲ ਕਈ ਸਾਲਾਂ ਤੋਂ ਭਾਰਤੀ ਕੌਂਸਲੇਟ ਜਨਰਲ ਜਾਂ ਫਿਰ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਬੇਨਤੀ ਤੇ ਪੂਰੇ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਦੇ ਮ੍ਰਿਤਕ ਦੇਹਾਂ ਨੂੰ ਵਾਪਸ ਭੇਜ ਰਿਹਾ ਹੈ। ਇੱਕ ਮਹੀਨੇ ਦੇ ਵਿੱਚ ਵੱਧ ਤੋਂ ਵੱਧ 2 ਮਾਮਲੇ ਹੋਇਆ ਕਰਦੇ ਸਨ, ਜਿਨ੍ਹਾਂ ਵਿੱਚੋਂ ਵਿਦਿਆਰਥੀ ਅਤੇ ਵਰਕ ਪਰਮਿਟ ਲੈ ਚੁੱਕੇ ਦੋਵੇਂ ਹੁੰਦੇ ਸਨ। ਪਰ ਲੋਟਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਇਹ ਗਿਣਤੀ ਦੁੱਗਣੀ ਹੋ ਰਹੀ ਹੈ। ਲੋਟਸ ਫਿਊਨਰਲ ਐਂਡ ਕ੍ਰੀਮੇਸ਼ਨ ਸੈਂਟਰ ਦੇ ਮਾਲਕ ਇਸ ਬਾਰੇ ਬੋਲਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਹਰ ਮਹੀਨੇ ਹੀ ਕਰੀਬ 4 ਤੋਂ 5 ਜਾਣਿਆਂ ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜੀਆਂ ਜਾਂਦੀਆਂ ਨੇ। ਇਸੇ ਮਹੀਨੇ ਤਾਂ 7 ਦੇਹਾਂ ਭੇਜਣ ਦੀ ਬਾਰੇ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ। ਅੰਕੜੇ ਦੱਸਦੇ ਨੇ ਕਿ ਸਾਲ 2018 ਵਿੱਚ 8 ਮ੍ਰਿਤਕ ਦੇਹਾਂ, ਸਾਲ 2019 ਵਿੱਚ 16, ਸਾਲ 2020 ਵਿੱਚ 12, 21 ਵਿੱਚ 11 ਤੇ ਸਾਲ 2022 ਦੇ ਵਿੱਚ 33 ਮ੍ਰਿਤਕ ਦੇਹਾਂ ਨੂੰ ਭੇਜਿਆ ਗਿਆ। ਇਸ ਬਾਰੇ ਫਿਊਨਰਲ ਹੋਮ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਲਾਸ਼ਾਂ ਤੇ ਮੌਜੂਦ ਨਿਸ਼ਾਨਾਂ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ। IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 4000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। ਇਸ ਡਰਾਅ ਦੇ ਵਿੱਚ ਕੀ ਕੁਝ ਖਾਸ ਰਿਹਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ 4000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। ਸਾਲ 2023 ਦਾ ਇਹ 13ਵਾਂ ਡਰਾਅ IRCC ਵੱਲੋਂ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਤਹਿਤ 4800 ਇਨਵੀਟੇਸ਼ਨ ਜਾਰੀ ਕੀਤੇ ਗਏ। ਉਮੀਦਵਾਰਾਂ ਦੇ ਕੋਲ 488 ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਹੋਣੇ ਜ਼ਰੂਰੀ ਸਨ। ਦੱਸ ਦਈਏ ਕਿ ਸਾਰੀ ਸਟ੍ਰੀਮ ਦਾ ਇਹ 26 ਅਪ੍ਰੈਲ ਤੋਂ ਬਾਅਦ ਦਾ ਪਹਿਲਾ ਡਰਾਅ ਸੀ, ਜਿਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਸੰਬੰਧਿਤ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ ਨੇ। ਇਸ ਤੋਂ ਪਿਛਲਾ ਡਰਾਅ IRCC ਵੱਲੋਂ PNP ਸਪੈਸੀਫਿਕ ਦਾ ਕੱਢਿਆ ਗਿਆ, ਜਿਸ ਦੇ ਵਿੱਚ ਕੁਝ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ। ਦੱਸੀਏ ਕਿ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਜੋ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਵਾਸਤੇ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਹੁਣ ਟਾਰਗੇਟ ਤੈਅ ਕੀਤਾ ਗਿਆ ਹੈ ਕਿ ਇਹਨਾਂ ਅਲੱਗ-ਅਲੱਗ ਪ੍ਰੋਗਰਾਮ ਦੇ ਰਾਹੀਂ ਪਹਿਲਾਂ ਦੇ ਮੁਕਾਬਲੇ ਵੱਧ ਉਮੀਦਵਾਰਾਂ ਦਾ ਸਵਾਗਤ ਕੀਤਾ ਜਾਣਾ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਪਾਰਕ ਵਿੱਚ ਬੁਲਾ ਕੇ ਉਸ ਦਾ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਇੱਕ ਦੂਸਰੇ ਤੋਂ ਵੱਖ ਰਹਿੰਦਾ ਸੀ, ਪਰ ਪਤੀ ਨੇ ਸੁਲ੍ਹਾ ਕਰਨ ਦੇ ਬਹਾਨੇ ਪਤਨੀ ਨੂੰ ਪਾਰਕ ਵਿੱਚ ਬੁਲਾਇਆ ਤੇ ਉਸਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।
ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ, ਜਿੱਥੇ ਉਸ ਵੱਲੋਂ ਪਤਨੀ ਨੂੰ ਪਾਰਕ ਵਿੱਚ ਸੱਦ ਕੇ ਚਾਕੂ ਦੇ ਨਾਲ ਕਤਲ ਕੀਤਾ ਗਿਆ। ontario ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਕ ਵਿੱਚ ਬੀਤੇ ਦਿਨੀ ਦਵਿੰਦਰ ਕੌਰ ਨਾਮਕ ਔਰਤ ਦਾ ਉਸਦੇ ਪਤੀ ਵੱਲੋਂ ਕਤਲ ਕੀਤਾ ਗਿਆ। ਪਤੀ ਦਾ ਨਾਮ ਨਵ ਨਿਸ਼ਾਨ ਸਿੰਘ ਦੇ ਤੌਰ ਤੇ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 44 ਸਾਲ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਦੇ ਵਿੱਚ ਦੱਸਿਆ ਗਿਆ ਕਿ ਦੋਸ਼ੀ ਨੂੰ ਘਟਨਾ ਵਾਲੀ ਥਾਂ ਤੋਂ 2 ਕਿਲੋਮੀਟਰ ਤੋਂ ਦੂਰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ 20 ਕੁ ਸਾਲ ਪਹਿਲਾਂ ਵਿਆਹੇ ਗਏ, ਪਰ ਬੀਤੇ 6 ਮਹੀਨਿਆਂ ਤੋਂ ਉਹ ਇੱਕ ਦੂਸਰੇ ਤੋਂ ਵੱਖ ਰਹਿ ਰਹੇ ਸਨ। ਇਸ ਜੋੜੇ ਦੇ 4 ਬੱਚੇ ਵੀ ਦੱਸੇ ਜਾ ਰਹੇ ਨੇ। ਮ੍ਰਿਤਕਾ ਦਾ ਛੋਟਾ ਭਰਾ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ, ਜਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਸ ਔਰਤ ਦੇ ਪਤੀ ਵੱਲੋਂ ਉਸੇ ਨਾਲ ਸਮਝੌਤਾ ਕਰਨ ਦੇ ਸੰਬੰਧ ਵਿੱਚ ਉਸ ਨੂੰ ਪਾਰਕ ਵਿੱਚ ਬੁਲਾਇਆ ਗਿਆ, ਪਰ ਉਸਨੇ ਕਤਲ ਵਰਗੀ ਘਟਨਾ ਨੂੰ ਅੰਜਾਮ ਦਿੱਤਾ। ਦਵਿੰਦਰ ਕੌਰ ਦੀ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ ਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਵੱਲੋਂ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਵਿਦਿਆਰਥੀਆਂ ਵਾਸਤੇ ਇੱਕ ਮੰਗ ਕੀਤੀ ਜਾ ਰਹੀ ਹੈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਮੁਫਤ ਦੇ ਵਿੱਚ ਨਾਸ਼ਤਾ ਤੇ ਖਾਣ ਦੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ। ontario ਸੂਬੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਦੇ ਵਿੱਚ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ontario ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਨਾਸ਼ਤਾ ਤੇ ਲੰਚ ਦਿੱਤੇ ਜਾਣ ਦੀ ਮੰਗ ਉੱਠੀ ਹੈ। ਟੀਚਰਸ ਯੂਨੀਅਨ ਫੂਡ ਬੈਂਕਾਂ ਅਤੇ ਇਸ ਮੁੱਦੇ ਦੀ ਵਕਾਲਤ ਕਰਨ ਵਾਲਿਆਂ ਵੱਲੋਂ ontario ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਸੂਬੇ ਭਰ ਦੇ ਸਕੂਲਾਂ ਵਿੱਚ ਬੱਚਿਆਂ ਵਾਸਤੇ ਮੁਫਤ ਨਾਸ਼ਤੇ ਅਤੇ ਲੰਚ ਦਾ ਪ੍ਰਬੰਧ ਕੀਤਾ ਜਾਵੇ। ਇਸ ਮੁੱਦੇ ਨੂੰ ਲੈ ਕੇ ਐਜੂਕੇਸ਼ਨ ਮਿਨਿਸਟਰ ਨੂੰ ਵੀ ਇੱਕ ਪੱਤਰ ਲਿਖਿਆ ਗਿਆ, ਜਿਸ ਵਿੱਚ 14 ਸੰਸਥਾਵਾਂ ਦੇ ਇੱਕ ਸਮੂਹ ਨੇ ਕਿਹਾ ਕਿ ontario ਵਿੱਚ ਬਹੁਤੇ ਬੱਚਿਆਂ ਨੂੰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਆਪਣੀਆਂ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਉਹ ਫੂਡ ਬੈਂਕਸ ਉੱਤੇ ਨਿਰਭਰ ਹੋਣ ਲਈ ਮਜਬੂਰ ਨੇ। ਜਿਨ੍ਹਾਂ ਸਮੂਹਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ, ਉਹਨਾਂ ਵਿੱਚ ਟੋਰਾਂਟੋ ਯੂਥ ਕੈਬਨਿਟ ਸਮੇਤ ਫੂਡ ਬੈਂਕਸ ਕੈਨੇਡਾ ਅਤੇ ਸੂਬੇ ਦੇ 4 ਮੁੱਖ ਟੀਚਰਸ ਯੂਨੀਅਨ ਸ਼ਾਮਲ ਹਨ। ਇਹਨਾਂ ਦਾ ਕਹਿਣਾ ਹੈ ਕਿ ontario ਵਿੱਚ ਮੌਜੂਦਾ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮ ਦੀ ਮੰਗ ਵਧ ਰਹੀ ਹੈ, ਪਰ ਇਹ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ। ਇਹਨਾਂ ਸੰਸਥਾਵਾਂ ਦਾ ਕਹਿਣਾ ਹੈ ਕਿ ontario ਨੂੰ ਸਮੁੱਚੇ ਤੌਰ ਤੇ ਸਕੂਲਾਂ ਵਿੱਚ ਮੁਫਤ ਬ੍ਰੇਕਫਾਸਟ ਅਤੇ ਲੰਚ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਵਾਸਤੇ ਮੁਹੱਈਆ ਕਰਵਾਉਣੇ ਚਾਹੀਦੇ ਨੇ ਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਖਾਣਿਆਂ ਨੂੰ ਪੂਰਾ ਕਰਨ ਵਾਸਤੇ ਸਕੂਲਾਂ ਕੋਲ ਲੋੜੀਂਦਾ ਇਨਫਰਾਸਟ੍ਰਕਚਰ, ਸਰੋਤ ਅਤੇ ਫੰਡਿੰਗ ਉਪਲਬਧ ਹੋਵੇ। ਟੋਰਾਂਟੋ ਯੂਥ ਕੈਬਨਿਟ ਦੇ ਐਗਜ਼ੈਕਟਿਵ ਡਾਇਰੈਕਟਰ ਵੀ ਇਸ ਬਾਰੇ ਬੋਲੇ ਨੇ, ਜਿੱਥੇ ਉਹਨਾਂ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਉਪਲਬਧ ਕਰਵਾਉਣ ਦੇ ਨਾਲ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਪ੍ਰਾਪਤੀ ਵਗੈਰਾ ਗੈਰ ਹਾਜ਼ਰੀ ਘਟੇਗੀ ਤੇ ਇਸ ਨਾਲ ਚੰਗੀ ਸਿਹਤ ਨੂੰ ਹੁਲਾਰਾ ਮਿਲੇਗਾ। ਨਿਊਜ਼ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਬੱਚੇ ਦਾ ਭੋਜਨ ਦਾ ਅਧਿਕਾਰ ਕੋਈ ਲਗਜ਼ਰੀ ਨਹੀਂ ਜੋ ਕੁਝ ਕੁ ਬੱਚਿਆਂ ਨੂੰ ਪ੍ਰਾਪਤ ਹੋਵੇ, ਸਗੋਂ ਇਹ ਜ਼ਰੂਰਤ ਹੈ ਜਿਸ ਦੇ ਸਾਰੇ ਹੱਕਦਾਰ ਹਨ। ਟੋਰਾਂਟੋ ਵਿੱਚ ਨਾਰਥ ਯਾਰਕ ਹਾਰਵੈਸਟ ਫੂਡ ਬੈਂਕ ਵਿੱਚ ਮਾਰਕੀਟਿੰਗ ਡਾਇਰੈਕਟਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਅੰਦਰ ਫੂਡ ਬੈਂਕ ਤੇ ਨਿਰਭਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ, ਜਿਸ ਵਿੱਚ ਬੱਚਿਆਂ ਵਾਲੇ ਪਰਿਵਾਰ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ 37 ਏਜੰਸੀਆਂ ਰਾਹੀਂ ਇਹ ਪ੍ਰਤੀ ਮਹੀਨਾ 20,000 ਲੋਕਾਂ ਨੂੰ ਭੋਜਨ ਸੇਵਾਵਾਂ ਦੇ ਰਹੇ ਨੇ, ਜੋ ਕਿ 36 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ। WhatsApp ਵੱਲੋਂ ਹੁਣ ਇੱਕ ਨਵਾਂ ਫੀਚਰ ਲਿਆਂਦਾ ਜਾ ਰਿਹਾ ਹੈ, ਜਿਸ ਰਾਹੀਂ ਤੁਸੀਂ ਆਪਣੇ ਮੈਸੇਜ ਨੂੰ ਐਡਿਟ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲੋਂ ਕਿਸੇ ਨੂੰ ਗਲਤ ਮੈਸੇਜ ਭੇਜਿਆ ਜਾਂਦਾ ਹੈ, ਉਹ ਤੁਸੀਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੇ ਨੇ ਤੇ ਤੁਹਾਡੇ ਕੋਲ 15 ਮਿੰਟ ਦਾ ਸਮਾਂ ਹੋਵੇਗਾ ਕਿ ਤੁਸੀਂ ਆਪਣੇ ਮੈਸੇਜ ਨੂੰ ਐਡਿਟ ਕਰ ਸਕੋ। WhatsApp ਵੱਲੋਂ ਹੁਣ ਕੁਝ ਬਦਲਾਅ ਕੀਤੇ ਜਾ ਰਹੇ ਨੇ, ਜਿੱਥੇ ਜੇਕਰ ਤੁਸੀਂ ਮੈਸੇਜ ਭੇਜਦੇ ਹੋ ਤਾਂ ਇਸ ਨੂੰ ਐਡਿਟ ਵੀ ਕੀਤਾ ਜਾ ਸਕਦਾ ਹੈ। WhatsApp ਅਜਿਹਾ ਨਵਾਂ ਫੀਚਰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। WhatsApp ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਸਹੂਲਤ ਮਿਲਣ ਜਾ ਰਹੀ ਹੈ। ਜੇਕਰ ਉਹ ਕਿਸੇ ਨੂੰ ਗਲਤੀ ਦੇ ਨਾਲ ਕੁਝ ਗਲਤ ਲਿਖ ਕੇ ਸੁਨੇਹਾ ਭੇਜ ਦਿੰਦੇ ਨੇ ਤਾਂ ਫਿਰ ਇਸ ਨੂੰ ਐਡਿਟ ਵੀ ਕੀਤਾ ਜਾ ਸਕਦਾ ਹੈ। WhatsApp ਨੇ ਐਲਾਨ ਕੀਤਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਹੀ ਇਹ ਨਵਾਂ ਫੀਚਰ ਸ਼ੁਰੂ ਕੀਤਾ ਜਾਵੇਗਾ। WhatsApp ਨੇ ਬਲੌਗ ਪੋਸਟ ਵਿੱਚ ਲਿਖਿਆ, ਜੇਕਰ ਤੁਸੀਂ ਗਲਤੀ ਨਾਲ ਕੁਝ ਭੇਜ ਦਿੱਤਾ ਹੈ ਜਾਂ ਫਿਰ ਆਪਣਾ ਮਨ ਬਦਲਿਆ ਹੈ ਤਾਂ ਤੁਸੀਂ ਹੁਣ WhatsApp ਤੇ ਆਪਣੇ ਭੇਜੇ ਸੁਨੇਹੇ ਨੂੰ ਜਾਣ ਕੇ ਮੈਸੇਜ ਨੂੰ ਐਡਿਟ ਕਰ ਸਕਦੇ ਹੋ। ਐਡਿਟ ਕੀਤੇ ਗਏ ਮੈਸੇਜ ਉੱਪਰ ਐਡਿਟਡ ਲਿਖਿਆ ਜਾਵੇਗਾ। ਭੇਜਣ ਵਾਲਿਆਂ ਨੂੰ ਮੈਸੇਜ ਭੇਜਣ ਦੇ 15 ਮਿੰਟਾਂ ਦੇ ਅੰਦਰ ਹੀ ਮੈਸੇਜ ਵਿੱਚ ਤਬਦੀਲੀ ਕਰਨ ਦੀ ਆਗਿਆ ਹੋਵੇਗੀ। ਮੈਸੇਜ ਐਡਿਟ ਕਰਨ ਵਾਸਤੇ ਯੂਜ਼ਰ ਨੂੰ ਆਪਣੇ ਮੈਸੇਜ ਤੇ ਜਾ ਕੇ ਉਸ ਨੂੰ ਦੱਬਣਾ ਪਵੇਗਾ ਤੇ ਸਕਰੀਨ ਤੇ ਆਉਣ ਵਾਲੇ ਆਪਸ਼ਨਸ ਚੋਂ ਐਡਿਟ ਦਾ ਆਪਸ਼ਨ ਚੁਣਨਾ ਹੋਵੇਗਾ।
ਮੈਸੇਜ ਨੂੰ ਐਡਿਟ ਕਰਨ ਦਾ ਵਿਕਲਪ ਟੈਲੀਗ੍ਰਾਮ ਅਤੇ ਸਿਗਨਲ ਵਰਗੇ ਸੋਸ਼ਲ ਮੀਡੀਆ ਮੈਸੇਜਿੰਗ ਤੇ ਪਹਿਲਾਂ ਹੀ ਉਪਲਬਧ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਐਪਲ ਨੇ ਵੀ ਕੁਝ ਅਜਿਹਾ ਹੀ ਬਦਲਾਵ ਕੀਤਾ ਜਿੱਥੇ ਆਈ ਮੈਸੇਜ ਰਾਹੀਂ ਭੇਜੇ ਜਾਣ ਵਾਲੇ ਮੈਸੇਜ ਨੂੰ ਐਡਿਟ ਕਰਨ ਜਾਂ ਫਿਰ ਅਨਸੈਂਡ ਕਰਨ ਦਾ ਫੀਚਰ ਸ਼ੁਰੂ ਕੀਤਾ ਗਿਆ। ਦੱਸ ਦਈਏ ਕਿ ਮੈਟਾ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੇ ਕਰੀਬ ਇੱਕ ਦਹਾਕੇ ਪਹਿਲਾਂ ਪੋਸਟਾਂ ਤੇ ਕਮੈਂਟਾਂ ਨੂੰ ਐਡਿਟ ਕਰਨ ਦਾ ਆਪਸ਼ਨ ਸ਼ੁਰੂ ਕੀਤਾ ਸੀ ਤੇ ਹੁਣ WhatsApp ਵੀ ਅਜਿਹਾ ਹੀ ਕਦਮ ਚੁੱਕਣ ਜਾ ਰਿਹਾ ਹੈ ਜਿੱਥੇ ਜੇਕਰ ਤੁਸੀਂ ਕੋਈ ਗਲਤ ਮੈਸੇਜ ਭੇਜ ਦਿੰਦੇ ਹੋ ਤਾਂ ਕੁਝ ਮਿੰਟਾਂ ਦੇ ਅੰਦਰ ਇਸ ਵਿੱਚ ਬਦਲਾਵ ਕਰ ਸਕਦੇ ਹੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿੱਥੇ ਘਰਾਂ ਦੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਵਿਨੀਪੈਗ ਦੇ ਵਿੱਚ ਪਹੁੰਚੇ ਨੇ, ਉੱਥੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਨੀਪੈਗ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਮੈਨੀਟੋਬਾ ਦੇ ਵਿੱਚ ਘਰ ਬਣਾਉਣ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੱਲ ਕੀਤੀ ਹੈ। ਇਸ ਬਾਰੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Winnipeg, especially alongside our outstanding voice for the city, Terry Duguid, along with Dan and Kevin, thank you very much to our team. Scott, Mayor Gillingham, thank you so much for your leadership here in Winnipeg and on these important issues. And I also want to recognize Minister Klein. Thank you for your leadership and for being here today for this announcement. Here at the Forks, overlooking the Red River, we're reminded how lucky we are to have such a beautiful country to call home. A few minutes ago, I was having an opportunity to walk through some of the shoreline brush with young people who are learning about local plants and animals and hopefully about paddling the waters behind us. I wish I could have got out in a canoe today, but timing didn't allow for that, so get out paddling for me next chance you get. This is the planet that young people will be inheriting, and it's up to all of us to protect it. Déjà, on a posé des gestes sans précédent pour sauvegarder nos eaux ici au Canada. Alors que moins de 1% de nos aires marines et côtières étaient protégées en 2015, cette superficie est passée à plus de 14% aujourd'hui. Mais il reste beaucoup de travail à faire. This province, as was pointed out, is home to over 100,000 lakes and rivers, with water flowing in from the Rockies and the States all the way out to Hudson Bay. So it only makes sense that it's here in Winnipeg that we're setting up the new Canada Water Agency. ਕੈਲਗਰੀ ਤੋਂ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਵੱਡਾ ਐਲਾਨ ਹੋਇਆ ਹੈ। ਹੁਣ ਇਸ ਐਲਾਨ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਣ ਵਾਲਾ ਹੈ, ਇਸ ਬਾਰੇ ਕੀ ਜਾਣਕਾਰੀ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਲਗਰੀ ਤੋਂ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਐਲਬਰਟਾ UCP ਲੀਡਰ ਵੱਲੋਂ ਐਲਾਨ ਕੀਤਾ ਗਿਆ। ਡੈਨੀਅਲ ਕੁਝ ਖਾਸ ਮੁੱਦਿਆਂ ਦੇ ਬਾਰੇ ਬੋਲਦੇ ਹੋਏ ਦਿਖਾਈ ਦਿੱਤੇ। ਪੱਤਰਕਾਰਾਂ ਦੇ ਸਾਹਮਣੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। Awesome. Thanks so much, Tanya. I'd also like to recognize our candidates, Pamela Rath, UCP candidate for Calgary Mountain View, and Astrid Kuhn, our UCP candidate for Calgary Buffalo. And good morning, everyone. Thank you so much for joining me here today. Elections matter. Policy matters. They matter for the economy, they matter for affordability, they matter for healthcare, and they matter for public safety. The key to success for Alberta families is a strong economy. A strong economy means more jobs for Albertans. It means more money for health, for education, and for supports for the most vulnerable. And a strong economy means more opportunities for everyone. Rachel Notley and the NDP have a different idea. In 2015, they introduced a carbon tax and raised taxes on Alberta job creators. Businesses closed. Investment fled the province. Albertans moved away by the tens of thousands. And now the NDP is promising to do it all over again, and with an even higher tax increase. A 38% tax hike on business owners and job creators. A 38% tax hike that will hurt your ability to build a successful business. A 38% tax hike that will make things more expensive for Alberta families like yours. And just like their tax increases did the last time. According to their own projections, Rachel Notley and the NDP's 38% tax hike will burden Alberta job creators with more than $6.2 billion. $6.2 billion over 3 years in additional costs. Costs that will lead employers to lay off employees, pass the costs on to families, or just move elsewhere. ਚੋਣਾਂ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦੇ ਬਾਰੇ ਲਗਾਤਾਰ ਅਲੱਗ-ਅਲੱਗ ਲੀਡਰਸ ਆਪਣਾ ਪੱਖ ਰੱਖ ਰਹੇ ਨੇ। ਵਿਰੋਧੀ ਪਾਰਟੀਆਂ ਵੱਲੋਂ ਇੱਕ ਵਾਰ ਫਿਰ ਤੋਂ ਇਹ ਮੁੱਦਾ ਚੁੱਕਿਆ ਗਿਆ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਇਸ ਨੂੰ ਲੈ ਕੇ ਗੱਲ ਕੀਤੀ ਹੈ।
ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਵੀ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਫੋਰਨ ਇੰਟਰਫੇਰੈਂਸ ਰਿਪੋਰਟ ਦੇ ਬਾਰੇ ਆਪਣਾ ਪੱਖ ਰੱਖਿਆ। ਟੋਰਾਂਟੋ ਦੇ ਵਿੱਚ ਨਿਊਜ਼ ਕਾਨਫਰੰਸ ਅੰਦਰ ਉਹ ਬੋਲਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Dans le taux de criminalité violente de 32%. C'est ça la vie quotidienne dans les grandes villes après 8 ans de Justin Trudeau. Il essaie de cibler des chasseurs et des tireurs sportifs qui ne sont pas responsables pour le crime. Le gouvernement Poilievre va rétablir le gros bon sens. Un gouvernement Poilievre va ramener des prix plus bas en éliminant le taxe carbone et les déficits inflationnistes. Il va rendre le travail payant en réduisant les taxes et les impôts. On va réduire le coût de logement en enlevant de la bureaucratie pour permettre plus de construction et en réduisant des taux d'intérêt, en réduisant les déficits. On va aussi s'attaquer au crime en nous assurant que les vrais criminels, les récidivistes, soient en prison au lieu d'être libérés sous caution ou libérés pour regarder le Netflix. Finalement, nous allons ramener le contrôle de notre démocratie ici au Canada en établissant un registre de pouvoirs étrangers pour forcer ceux et celles qui sont payés par les dictatures d'enregistrer et d'être exposés. Et finalement, un gouvernement Poilievre va tenir une enquête publique sur l'ingérence étrangère. On sait que Justin Trudeau et son club, qui inclut David Johnston, son ami de ski, son voisin au chalet, son ami familial et membre de la Fondation Trudeau, essaient de cacher la vérité des Canadiens. Je n'accepte pas ça et je revendique que finalement, Jagmeet Singh fasse son travail en forçant ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਮੁੱਦਿਆਂ ਦੇ ਉੱਪਰ ਬੋਲੇ ਨੇ। ਵਿਦੇਸ਼ੀ ਦਖਲਅੰਦਾਜ਼ੀ ਤੇ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕੀ ਕਹਿਣਾ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਖਾਸ ਮੁੱਦਿਆਂ ਦੇ ਬਾਰੇ ਬੋਲੇ ਨੇ। ਉਹਨਾਂ ਵੱਲੋਂ ਵਾਟਰ ਏਜੰਸੀ, ਫੋਰਨ ਇੰਟਰਫੇਰੈਂਸ ਅਤੇ ਬਾਈ ਇਲੈਕਸ਼ਨਸ ਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਸਰਕਾਰ ਦੇ ਪੱਖੋਂ ਕੁਝ ਐਲਾਨ ਵੀ ਕੀਤੇ ਗਏ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Bonjour tout le monde. It's always great to be in Winnipeg, especially alongside our outstanding voice for the city, Terry Duguid, along with Dan and Kevin. Thank you very much to our team. Scott, Mayor Gillingham, thank you so much for your leadership here in Winnipeg and on these important issues. And I also want to recognize Minister Klein. Thank you for your leadership and for being here today for this announcement. Here at the Forks, overlooking the Red River, we're reminded how lucky we are to have such a beautiful country to call home. A few minutes ago, I was having an opportunity to walk through some of the shoreline brush with young people who are learning about local plants and animals and hopefully about paddling the waters behind us. I wish I could have got out in a canoe today, but timing didn't allow for that, so get out paddling for me next chance you get. This is the planet that young people will be inheriting, and it's up to all of us to protect it. Déjà, on a posé des gestes sans précédent pour sauvegarder nos eaux ici au Canada. Alors que moins de 1% de nos aires marines et côtières étaient protégées en 2015, cette superficie est passée à plus de 14% aujourd'hui. Mais il reste beaucoup de travail à faire. This province, as was pointed out, is home to over 100,000 lakes and rivers, with water flowing in from the Rockies and the States all the way out to Hudson Bay. So it only makes sense that it's here in Winnipeg that we're setting up the new Canada Water Agency. The agency will be a hub, bringing together the best and brightest to coordinate our efforts to protect Canada's fresh water. I want to recognize Terry's leadership and so many others on this agency. Today, I can announce that one of the first priorities of the agency will be to update the Canada Water Act. The threats and realities facing our environment have changed since it was written in 1970.
ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਵਾਸਤੇ ਅਮਰੀਕਾ ਭੇਜਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਯੂਕੌਨ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲੇਗੀ, ਜੋ ਕਿ ਅਮਰੀਕਾ ਵਿੱਚ ਜਾ ਕੇ ਆਪਣਾ ਇਲਾਜ ਕਰ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਯੋਜਨਾ ਸਾਂਝੀ ਕਰ ਦਿੱਤੀ ਗਈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਕੈਂਸਰ ਦੇ ਮਰੀਜ਼ਾਂ ਨੂੰ US ਇਲਾਜ ਵਾਸਤੇ ਭੇਜਿਆ ਜਾ ਰਿਹਾ ਹੈ। ਇਸ ਬਾਰੇ ਪਹਿਲਾਂ ਹੀ ਸੂਬੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਉਹਨਾਂ ਵੱਲੋਂ ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੁਝ ਮਰੀਜ਼ਾਂ ਨੂੰ ਜਿਹੜੇ ਕਿ ਕੈਂਸਰ ਨਾਲ ਪੀੜਤ ਹਨ, ਇਲਾਜ ਵਾਸਤੇ ਅਮਰੀਕਾ ਭੇਜਿਆ ਜਾਵੇਗਾ। ਇਸ ਦੇ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਯੂਕੌਨ ਦੇ ਲੋਕਾਂ ਨੂੰ ਵੀ ਇਸ ਸੰਬੰਧੀ ਰਾਹਤ ਮਿਲੇਗੀ, ਜਿੱਥੇ ਉਹ ਜਾ ਕੇ ਅਮਰੀਕਾ ਦੇ ਵਿੱਚ ਮੈਡੀਕਲ ਸਹੂਲਤ ਹਾਸਲ ਕਰ ਸਕਦੇ ਹਨ। ਇਸ ਬਾਰੇ ਸੂਬੇ ਦੀ ਹੈਲਥ ਸਰਵਿਸਿਜ਼ ਅਥਾਰਟੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇੱਕ ਯੋਜਨਾ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹਰ ਹਫ਼ਤੇ 50 ਕੈਂਸਰ ਦੇ ਨਾਲ ਪੀੜਤ ਲੋਕਾਂ ਨੂੰ ਇਲਾਜ ਵਾਸਤੇ ਵਾਸ਼ਿੰਗਟਨ ਭੇਜਿਆ ਜਾਵੇਗਾ ਤੇ ਇਹ ਸ਼ੁਰੂਆਤ ਉਹਨਾਂ ਵੱਲੋਂ 29 ਮਈ ਤੋਂ ਕੀਤੀ ਜਾ ਰਹੀ ਹੈ, ਜੋ ਕਿ ਅਗਲੇ 2 ਸਾਲਾਂ ਤੱਕ ਰਹਿਣ ਦੀ ਸੰਭਾਵਨਾ ਹੈ। ਹੁਣ ਘੱਟ ਰਿਸੋਰਸਸ ਹੋਣ ਦੇ ਕਾਰਨ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਰਿਹਾ। ਟੈਰੀਟਰੀ ਦੇ ਡਿਪਾਰਟਮੈਂਟ ਆਫ ਹੈਲਥ ਅਤੇ ਸੋਸ਼ਲ ਸਰਵਿਸਿਜ਼ ਦੇ ਇੱਕ ਸਰਵੇ ਤੋਂ ਪਤਾ ਚੱਲਿਆ ਹੈ ਕਿ 1 ਅਪ੍ਰੈਲ 2018 ਤੋਂ 31 ਮਾਰਚ 2019 ਦੇ ਵਿਚਕਾਰ 3000 ਤੋਂ ਵੱਧ ਯੂਕੌਨ ਦੇ ਨਾਲ ਸੰਬੰਧਿਤ ਲੋਕ ਇਲਾਜ ਵਾਸਤੇ ਗਏ ਹਨ। ਭਾਰਤੀ ਮੂਲ ਦੇ ਇੱਕ ਨੌਜਵਾਨ ਵੱਲੋਂ ਰਾਸ਼ਟਰਪਤੀ ਬਾਈਡਨ ਦੇ ਉੱਪਰ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ। ਵਾਈਟ ਹਾਊਸ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਬੈਰੀਗੇਡ ਨੂੰ ਟਰੱਕ ਦੇ ਨਾਲ ਟੱਕਰ ਮਾਰੀ ਗਈ ਹੈ। ਨੌਜਵਾਨ ਦੀ ਉਮਰ ਮਹਿਜ਼ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਿ ਬਾਈਡਨ ਦੇ ਉੱਪਰ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਭਾਰਤੀ ਨੌਜਵਾਨ ਵੱਲੋਂ ਵਾਈਟ ਹਾਊਸ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਕੁਝ ਹੈਰਾਨੀਜਨਕ ਖੁਲਾਸੇ ਹੋਏ ਨੇ। ਇਸ ਨੌਜਵਾਨ ਦੀ ਉਮਰ ਮਹਿਜ਼ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਦਫ਼ਤਰ ਦੀ ਇੱਕ ਬੈਰੀਕੇਡ ਨੂੰ ਟਰੱਕ ਦੇ ਨਾਲ ਇਸ ਨੌਜਵਾਨ ਵੱਲੋਂ ਟੱਕਰ ਮਾਰੀ ਗਈ, ਜੋ ਕਿ ਭਾਰਤੀ ਮੂਲ ਦਾ ਦੱਸਿਆ ਗਿਆ। ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਅਪਡੇਟ ਉਹਨਾਂ ਵੱਲੋਂ ਜਨਤਕ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸੱਤਾ ਹਾਸਲ ਕਰਨ ਤੇ ਰਾਸ਼ਟਰਪਤੀ ਜੋ ਬਾਈਡਨ ਦਾ ਕਤਲ ਕਰਨ ਵਾਸਤੇ ਵਾਈਟ ਹਾਊਸ ਵਿੱਚ ਦਾਖਲ ਹੋਣਾ ਚਾਹੁੰਦਾ ਸੀ। ਮੀਡੀਆ ਰਿਪੋਰਟ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ US ਪਾਰਕ ਪੁਲਿਸ ਨੇ ਸਾਈ ਵਰਸਿਸਟ ਕੰਡੂਲਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਉਸ ਦਾ ਟਰੱਕ ਪਾਰਕ ਦੇ ਉੱਤਰੀ ਪਾਸੇ ਸੁਰੱਖਿਆ ਬੈਰੀਕੇਡ ਦੇ ਨਾਲ ਟਕਰਾ ਗਿਆ। ਇਹ ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮੌਕੇ ਵਾਲੀ ਥਾਂ ਤੇ ਵਾਈਟ ਹਾਊਸ ਦੇ ਗੇਟਾਂ ਵਿਚਕਾਰ ਕਾਫੀ ਦੂਰੀ ਹੈ, ਪਰ ਘਟਨਾ ਤੋਂ ਬਾਅਦ ਸੜਕ ਅਤੇ ਫੁੱਟਪਾਥ ਨੂੰ ਬੰਦ ਕਰ ਦਿੱਤਾ ਗਿਆ। ਨਾਲ ਹੀ ਨੇੜਲੇ ਹੋਟਲ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਸੀ। ਟਰੱਕ ਟਕਰਾਉਣ ਦੀ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ DC ਅੰਦਰ ਸੰਘੀ ਜ਼ਿਲ੍ਹਾ ਅਦਾਲਤ ਵਿੱਚ ਬਿਆਨ ਦਿੰਦਿਆਂ ਕਿਹਾ ਗਿਆ ਕਿ ਉਹ ਟਰੱਕ ਕਿਰਾਏ ਤੇ ਲੈ ਕੇ ਆਇਆ ਸੀ। ਹੁਣ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹ ਅਗਲੀ ਅਪਡੇਟ ਜਾਰੀ ਕਰਨਗੇ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਉਹਨਾਂ ਵੱਲੋਂ ਇਹਨਾਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਹੁਣ ਜਿਹੜੇ ਵੀ ਬਾਰਡਰ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਨੇ, ਉਹਨਾਂ ਵਾਸਤੇ ਫਿੰਗਰਪ੍ਰਿੰਟ ਅਤੇ DNA ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਨੂੰ ਲੈ ਕੇ ਇੱਕ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਇਸ ਸੰਬੰਧੀ ਇੱਕ ਬਿੱਲ ਵੀ ਲਿਆਂਦਾ ਗਿਆ। ਅਮਰੀਕਾ ਦਾ ਬਾਰਡਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਰ ਕਰਕੇ ਆਉਣ ਵਾਲਿਆਂ ਦੇ ਲਈ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਬਿਨਾਂ ਡਾਕੂਮੈਂਟ ਵਾਲੇ ਇਮੀਗ੍ਰੈਂਟਸ ਨੂੰ ਹੁਣ DNA ਅਤੇ ਫਿੰਗਰਪ੍ਰਿੰਟ ਦੇਣ ਦੀ ਜ਼ਰੂਰਤ ਹੋਵੇਗੀ। ਇਸ ਨਾਲ ਸੰਬੰਧਿਤ ਇੱਕ ਬਿੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕੁਝ ਰਿਪੋਰਟਸ ਤੋਂ ਪਤਾ ਚੱਲਿਆ ਕਿ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਬਾਰਡਰ ਦੇ ਉੱਪਰ ਦਾਖਲੇ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਪਰ ਇਹ ਬਾਰਡਰ ਅਧਿਕਾਰੀਆਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਉਹਨਾਂ ਤੋਂ ਬਿਆਨ ਲੈਂਦੇ ਹਨ ਜਾਂ ਫਿਰ ਨਹੀਂ। ਇੱਕ ਅਹਿਮ ਅਪਡੇਟ ਦੇ ਮੁਤਾਬਕ ਅਲਬਾਮਾ ਸਟੇਟ ਦੇ ਵਿੱਚ ਨਵਾਂ ਬਿੱਲ ਪੇਸ਼ ਕੀਤਾ ਗਿਆ, ਜਿੱਥੇ ਮੰਗ ਕੀਤੀ ਜਾ ਰਹੀ ਹੈ ਕਿ ਬਿਨਾਂ ਡਾਕੂਮੈਂਟ ਵਾਲੇ ਇਮੀਗ੍ਰੈਂਟਸ ਨੂੰ ਹੁਣ ਆਪਣੇ ਫਿੰਗਰਪ੍ਰਿੰਟ ਅਤੇ DNA ਦੇਣ ਦੀ ਜ਼ਰੂਰਤ ਹੋਵੇਗੀ। ਇਸ ਬਾਰੇ ਸੈਨੇਟ ਦੀ ਜੁਡੀਸ਼ਰੀ ਕਮੇਟੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਬਾਰਡਰ ਦੇ ਉੱਪਰ ਵੱਧ ਰਹੇ ਮਾਈਗ੍ਰੈਂਟਸ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਦੱਸਿਆ ਗਿਆ
ਕਿ ਇਹ ਕਦਮ ਚੁੱਕਣ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਹੈ। ਅਲਾਬਾਮਾ ਦੇ ਵਿੱਚ ਇੱਕ ਜੋ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਇਲੀਗਲ ਇਮੀਗ੍ਰੈਂਟ ਦਾ ਨਾਮ ਆਇਆ, ਜਿਸ ਤੋਂ ਬਾਅਦ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਬਿਨਾਂ ਡਾਕੂਮੈਂਟ ਵਾਲੇ ਮਾਈਗ੍ਰੈਂਟਸ ਆਉਣ, ਉਹਨਾਂ ਦੇ ਫਿੰਗਰਪ੍ਰਿੰਟਸ ਜ਼ਰੂਰੀ ਹੋਣਗੇ। ਦੱਸ ਦਈਏ ਕਿ ਇਹ ਬਿੱਲ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਰਡਰ ਦੇ ਉੱਪਰ ਹੁਣ ਟਾਈਟਲ 42 ਖਤਮ ਹੋ ਚੁੱਕਿਆ ਹੈ। ਬਾਈਡਨ ਪ੍ਰਸ਼ਾਸਨ ਵੱਲੋਂ ਮੌਜੂਦਾ ਸਮੇਂ ਬਾਰਡਰ ਦੇ ਉੱਪਰ ਕਾਫੀ ਸਖਤੀ ਕੀਤੀ ਹੋਈ ਹੈ। ਬਾਰਡਰ ਦੇ ਉੱਪਰ ਟਾਈਟਲ 8 ਲਗਾਇਆ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਪੰਜਾਬੀ ਨੇ ਪਤਨੀ ਦਾ ਕੀਤਾ ਕਤਲ, ਪਾਰਕ ਵਿੱਚ ਬੁਲਾ ਕੀਤਾ ਸੀ ਕਤਲ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਿੱਚ ਹੋਇਆ ਵਾਧਾ, ਨਜ਼ਰ ਆ ਰਹੀ ਭਾਰਤੀ ਭਾਈਚਾਰੇ ਵਿੱਚ ਚਿੰਤਾ। ਐਕਸਪ੍ਰੈਸ ਐਂਟਰੀ ਦਾ ਨਿਕਲਿਆ ਡਰਾਅ, ਕਈਆਂ ਨੂੰ ਮਿਲੇ ਸੱਦੇ। ਵਿਦਿਆਰਥੀਆਂ ਵਾਸਤੇ ਉੱਠੀ ਮੰਗ, ਮਿਲੇ ਮੁਫਤ ਨਾਸ਼ਤਾ ਅਤੇ ਲੰਚ। WhatsApp ਸ਼ੁਰੂ ਕਰੇਗਾ ਨਵਾਂ ਫੀਚਰ, ਮੈਸੇਜ ਹੋ ਸਕਣਗੇ ਐਡਿਟ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।